ਮੇਰੀ ਜਠਾਣੀ ਹਰ ਰਾਤ ਸਹੁਰਾ ਜੀ ਦੇ ਮਾਲਿਸ਼ ਕਰਨ ਚਲੀ ਜਾਂਦੀ ਤੇ ਮੈਂ ਬਾਹਰ ਤੋਂ ਸੁਣਦੀ ਤਾਂ ਜਠਾਣੀ ਦੇ ਰੋਣ ਦੀ ਆਵਾਜ਼ ਆਉਂਦੀ। ਇੱਕ ਦਿਨ ਮੈਂ ਜਠਾਣੀ ਜੀ ਤੋਂ ਪੁੱਛਿਆ ਤਾਂ ਉਹਦਾ ਰੰਗ ਉੱਡ ਗਿਆ। ਮੈਨੂੰ ਕਹਿਣ ਲੱਗੀ, ਤੂੰ ਇਹ ਗੱਲ ਕਿਸੇ ਨੂੰ ਨਾ ਦੱਸੀ ਤੇ ਅੱਜ ਰਾਤ ਨੂੰ ਮੇਰੀ ਜਗ੍ਹਾ ਤੇ ਤੂੰ ਮਾਲਿਸ਼ ਕਰਨ ਜਾਈ। ਜਦੋਂ ਮੈਂ ਸਹੁਰਾ ਜੀ ਦੇ ਕਮਰੇ 'ਚੋਂ ਗਈ ਤਾਂ ਸਹੁਰਾ ਜੀ ਨੇ ਦਰਵਾਜ਼ਾ ਬੰਦ ਕਰ ਲਿਆ ਤੇ ਜਿਵੇਂ ਹੀ ਬਲਬ ਬੰਦ ਕੀਤਾ ਮੇਰੇ ਜਿਸਮ 'ਚੋਂ ਤਾਂ ਜਾਨ ਨਿਕਲ ਗਈ, ਕਿਉਂਕਿ ਉੱਥੇ ਤਾਂ ਮੇਰਾ ਨਾਮ ਪਰਮਜੀਤ ਹੈ। ਮੈਂ ਇਸ ਦੁਨੀਆ ਦੇ ਸਭ ਤੋਂ ਅਲੱਗ ਖਾਨਦਾਨ 'ਚੋਂ ਵਿਆਹ ਕੇ ਚਲੀ ਗਈ ਸੀ। ਜੀ ਹਾਂ, ਇਹ ਕਹਿਣਾ ਗਲਤ ਨਹੀਂ ਸੀ, ਕਿਉਂਕਿ ਉੱਥੇ ਕੰਮ ਹੀ ਅਜਿਹੇ ਹੁੰਦੇ ਸੀ ਜਿਹੜੇ ਸਮਝ ਤੋਂ ਬਾਹਰ ਸੀ। ਮੇਰੇ ਸਹੁਰੇ ਘਰ ਵਿੱਚ ਇੱਕ ਜਠਾਣੀ ਸੀ ਤੇ ਇੱਕ ਸਹੁਰਾ ਹੀ ਸੀ। ਜੇਠ ਬਾਹਰ ਸ਼ਹਿਰ 'ਚੋਂ ਹੁੰਦਾ ਸੀ। ਉਹਨੂੰ ਮੈਂ ਵਿਆਹ 'ਚੋਂ ਵੀ ਨਹੀਂ ਸੀ ਦੇਖਿਆ, ਉਹ ਆਇਆ ਹੀ ਨਹੀਂ। ਮੇਰਾ ਪਤੀ ਦਾ ਨਾਮ ਹੈਰੀ ਸੀ। ਅਸਲ 'ਚੋਂ ਸਾਡੀ ਲਵ ਮੈਰਿਜ ਸੀ ਤੇ ਮੇਰੇ ਘਰ ਦੇ ਇਸ ਵਿਆਹ ਤੋਂ ਰਾਜੀ ਨਹੀਂ ਸੀ, ਕਿਉਂਕਿ ਮੇਰਾ ਪਤੀ ਬਹੁਤ ਕਮਜ਼ੋਰ ਤੇ ਬਿਮਾਰ ਨਜ਼ਰ ਆਉਂਦਾ ਸੀ। ਮੇਰੇ ਪਾਪਾ ਨੂੰ ਪੂਰਾ ਯਕੀਨ ਸੀ ਕਿ ਇਹ ਨਸ਼ੇ ਕਰਦਾ, ਪਰ ਅਜਿਹਾ ਨਹੀਂ ਸੀ। ਮੈਂ ਚਾਹੁੰਦੀ ਸੀ ਕਿ ਸਾਡਾ ਵਿਆਹ ਪੂਰਾ ਇੱਜ਼ਤ ਤੇ ਮਾਣ ਨਾਲ ਕੀਤਾ ਜਾਵੇ, ਪਰ ਇਹ ਨਹੀਂ ਹੋਇਆ ਤੇ ਗੱਲ ਵੱਧ ਗਈ। ਮੇਰੇ ਘਰ ਵਾਲਿਆਂ ਨੇ ਮੇਰੇ ਪਤੀ ਨੂੰ ਕਿਹਾ ਕਿ ਤੇਰੇ ਕੋਲ 3 ਦਿਨ ਨੇ, ਇਸ ਨੂੰ ਵਿਆਹ ਕੇ ਲੈ ਜਾ, ਨਹੀਂ 4 ਦਿਨ ਇਸ ਦਾ ਵਿਆਹ ਰਵੀ ਨਾਲ ਕਰ ਦੇਵਾਂਗੇ। ਮੇਰੇ ਪਤੀ ਨੇ ਬਹੁਤ ਹੱਥ ਪੈਰ ਮਾਰੇ ਦੋਸਤਾਂ ਦੀ ਮਦਦ ਲਈ ਤੇ ਵਿਆਹ ਕਰ ਲਿਆ। ਪਾਪਾ ਨੇ ਕਿਹਾ ਕਿ ਤੇਰੇ ਲਈ ਅੱਜ ਤੋਂ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਨੇ। ਮੈਂ ਹੈਰਾਨ ਤਾਂ ਉਸ ਵੇਲੇ ਹੋਈ ਜਦੋਂ ਹੈਰੀ ਦੇ ਪਾਪਾ ਵੀ ਵਿਆਹ 'ਚੋਂ ਖੁਸ਼ੀ-ਖੁਸ਼ੀ ਆਏ। ਉਹ ਬਿਲਕੁਲ ਵੀ ਨਾਰਾਜ਼ ਨਹੀਂ ਸੀ। ਕਹਿੰਦੇ ਸੀ ਕਿ ਪਿਆਰ ਕਰਨਾ ਗੁਨਾਹ ਨਹੀਂ। ਮੇਰੇ ਵਿਆਹ 'ਚੋਂ ਹੀ ਮੈਂ ਆਪਣੀ ਜਠਾਣੀ ਨੂੰ ਮਿਲੀ। ਉਹਨੇ ਮੈਨੂੰ ਹੌਸਲਾ ਦਿੱਤਾ ਕਿ ਸਭ ਠੀਕ ਹੋ ਜਾਊ। ਹੁਣ ਮੇਰੇ ਪਤੀ ਦਿਨ ਰਾਤ ਮਿਹਨਤ ਕਰਨ ਲੱਗੇ, ਕਿਉਂਕਿ ਹੁਣ ਸਾਨੂੰ ਪੈਸਿਆਂ ਦੀ ਲੋੜ ਸੀ। ਉਹ ਸਵੇਰੇ ਜਾਂਦੇ ਤੇ ਰਾਤ ਨੂੰ ਵਾਪਸ ਆਉਂਦੇ। ਘਰ 'ਚੋਂ ਮੈਂ ਤੇ ਮੇਰੀ ਜਠਾਣੀ ਸੀ। ਇੱਕ ਦਿਨ ਮੈਂ ਬਹੁਤ ਹੀ ਅਜੀਬ ਵੇਖਿਆ। ਰਾਤ ਹੁੰਦੇ ਹੀ ਮੇਰੀ ਜਠਾਣੀ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਸਹੁਰਾ ਜੀ ਦੇ ਕਮਰੇ 'ਚੋਂ ਜਾ ਰਹੀ ਸੀ। ਉਹਦੇ ਹੱਥ ਵਿੱਚ ਤੇਲ ਦੀ ਕੌਲੀ ਸੀ। ਮੈਂ ਇਹ ਵੇਖ ਕੇ ਬੜੀ ਹੈਰਾਨ ਹੋਈ। ਉਹ ਅੰਦਰ ਗਈ ਤੇ ਉਸਨੇ ਦਰਵਾਜ਼ਾ ਬੰਦ ਕਰ ਲਿਆ। ਮੈਂ ਹੈਰਾਨ ਹੋ ਗਈ ਕਿ ਇਸ ਵਕਤ ਉਹਦਾ ਅੰਦਰ ਕੀ ਕੰਮ ਸੀ ਤੇ ਇਹ ਤੇਲ ਲੈ ਕੇ ਅੰਦਰ ਕਿਉਂ ਗਈ ਆ। ਕੁਝ ਟਾਈਮ ਮੈਂ ਉੱਥੇ ਹੀ ਖੜ ਕੇ ਸ਼ਾਇਦ ਤੇਲ ਦੇਣ ਗਈ ਹੋਵੇਗੀ ਤੇ ਦਰਵਾਜ਼ਾ ਗਲਤੀ ਨਾਲ ਬੰਦ ਹੋ ਗਿਆ ਹੋਵੇਗਾ। ਉਹ ਹੁਣੇ ਹੀ ਵਾਪਸ ਆ ਜਾਊ, ਪਰ ਉਹ ਵਾਪਸ ਨਹੀਂ ਆਈ। 15 ਤੋਂ 20 ਮਿੰਟ ਲੰਘ ਗਏ, ਹਾਲੇ ਤੱਕ ਵਾਪਸ ਕਿਉਂ ਨਹੀਂ ਆਈ। ਕੁਝ ਟਾਈਮ ਬਾਅਦ ਮੇਰਾ ਪਤੀ ਆ ਗਿਆ ਤੇ ਫਿਰ ਅਸੀਂ ਇਕੱਠੇ ਬੈਠ ਕੇ ਰੋਟੀ ਖਾਧੀ। ਉਹਨੇ ਮੈਨੂੰ ਚਾਹ ਬਣਾਉਣ ਲਈ ਕਿਹਾ। ਮੈਂ ਚਾਹ ਬਣਾਉਣ ਲਈ ਰਸੋਈ ਵਿੱਚ ਗਈ ਤਾਂ ਉਦੋਂ ਵੀ ਮੈਂ ਵੇਖਿਆ ਤਾਂ ਜਠਾਣੀ ਕਮਰੇ 'ਚੋਂ ਨਹੀਂ ਸੀ ਤੇ ਸਹੁਰੇ ਦੇ ਕਮਰੇ ਦਾ ਬਲਬ ਵੀ ਬੰਦ ਸੀ। ਇਸ ਦਾ ਮਤਲਬ ਉਹ ਸੌਂ ਚੁੱਕੇ ਸੀ। ਫਿਰ ਮੈਂ ਚਾਹ ਬਣਾ ਕੇ ਵਾਪਸ ਆਈ ਤਾਂ ਉਦੋਂ ਵੀ ਇਹ ਸਿਲਸਿਲਾ ਜਾਰੀ ਸੀ। ਖੈਰ, ਮੈਂ ਚੌਕੀਦਾਰ ਤਾਂ ਬਣ ਕੇ ਬੈਠ ਨਹੀਂ ਸਕਦੀ ਸੀ ਤੇ ਕੁਝ ਕਰ ਵੀ ਨਹੀਂ ਸੀ ਸਕਦੀ। ਮੈਂ ਆਪਣੇ ਕਮਰੇ 'ਚੋਂ ਆ ਗਈ ਤੇ ਸਵੇਰੇ ਮੈਂ ਜਠਾਣੀ ਤੋਂ ਪੁੱਛਣਾ ਚਾਹਿਆ, ਪਰ ਮੇਰੀ ਹਿੰਮਤ ਨਹੀਂ ਹੋ ਰਹੀ ਸੀ। ਅਗਲੇ ਦਿਨ ਤੋਂ ਫਿਰ ਹੀ ਇਵੇਂ ਹੋਣ ਲੱਗਿਆ। ਉਹ ਫਿਰ ਰਾਤ ਹੁੰਦੇ ਹੀ ਸਾਰੇ ਕੰਮ ਖਤਮ ਕਰਕੇ ਕਾਫੀ ਕਾਹਲੀ ਨਜ਼ਰ ਆ ਰਹੀ ਸੀ। ਜਦੋਂ ਉਹਨੂੰ ਲੱਗਿਆ ਕਿ ਸਾਰੇ ਸੌਂ ਗਏ ਤਾਂ ਉਹ ਤੇਲ ਲੈ ਕੇ ਮੇਰੇ ਸਹੁਰੇ ਦੇ ਕਮਰੇ 'ਚ ਚਲੀ ਗਈ। ਮੈਂ ਦੇਰ ਰਾਤ ਤੱਕ ਜਾਗਦੀ ਸੀ, ਕਿਉਂਕਿ ਮੇਰੇ ਪਤੀ ਲੇਟ ਘਰ ਆਉਂਦੇ ਸੀ। ਦਰਵਾਜ਼ਾ ਬੰਦ ਹੋਣ ਵਾਲੀ ਗੱਲ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਸੀ। ਮੈਂ ਹੌਲੀ-ਹੌਲੀ ਜਾਂਦੀ ਹੋਈ ਕਮਰੇ ਦੇ ਕੋਲ ਗਈ। ਮੇਰੇ ਕਦਮ ਬਹੁਤ ਹੀ ਹੌਲੀ-ਹੌਲੀ ਅੱਗੇ ਵਧ ਰਹੇ ਸੀ। ਕੰਨ ਜ਼ਰੂਰਤ ਤੋਂ ਜ਼ਿਆਦਾ ਹੀ ਖੁੱਲ੍ਹੇ ਹੋਏ ਸੀ। ਛੋਟੇ-ਮੋਟੇ ਰੌਲੇ ਰੱਪੇ ਦੀ ਆਵਾਜ਼ ਤੇ ਮੇਰੀਆਂ ਅੱਖਾਂ ਇੱਧਰ-ਉੱਧਰ ਦੇਖਣਾ ਸ਼ੁਰੂ ਕਰ ਦਿੰਦੀਆਂ। ਪਰ ਫਿਰ ਮੇਰੇ ਕੰਨਾਂ ਨੇ ਅਜਿਹੀ ਆਵਾਜ਼ ਸੁਣੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਰਹਿ ਗਈ। ਕਮਰੇ 'ਚੋਂ ਮੇਰੀ ਜਠਾਣੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਆਪਣੇ ਕੰਨਾਂ ਤੇ ਹੱਥ ਲਾ ਲਿਆ। ਮੈਂ ਪੂਰੀ ਤਰ੍ਹਾਂ ਹੈਰਾਨ ਸੀ ਕਿ ਸਭ ਕੀ ਹੋ ਰਿਹਾ। ਪਹਿਲਾਂ ਲੱਗਿਆ ਮੈਨੂੰ ਵਹਿਮ ਹੋਇਆ, ਪਰ ਮੈਂ ਫਿਰ ਇਹ ਆਵਾਜ਼ ਸੁਣੀ। ਹੁਣ ਮੈਂ ਪੂਰੇ ਯਕੀਨ ਨਾਲ ਕਹਿ ਸਕਦੀ ਸੀ ਕਿ ਜੋ ਕੁਝ ਵੀ ਹੋ ਰਿਹਾ ਉਹ ਮੈਂ ਦਰਵਾਜ਼ੇ ਤੇ ਰਾਖੀ ਕਰਨ ਲੱਗੀ। ਇੰਨੇ 'ਚੋਂ ਬਲਬ ਚੱਲ ਪਿਆ। ਮੈਂ ਡਰ ਗਈ। ਮੈਨੂੰ ਲੱਗਿਆ ਕਿ ਕੋਈ ਬਾਹਰ ਆ ਰਿਹਾ। ਮੈਂ ਵਾਪਸ ਆਪਣੇ ਕਮਰੇ 'ਚੋਂ ਚਲੀ ਗਈ। ਮੈਂ ਸੋਚਿਆ ਆਪਣੇ ਪਤੀ ਨਾਲ ਗੱਲ ਕਰੂੰ,
ਪਰ ਮੈਂ ਉਹਨੂੰ ਇਹ ਸਭ ਨਹੀਂ ਦੱਸਿਆ। ਅਗਲੇ ਦਿਨ ਮੈਂ ਆਪਣੀ ਜਠਾਣੀ ਨਾਲ ਹੀ ਗੱਲ ਕਰਨ ਦੇ ਬਾਰੇ ਸੋਚਿਆ। ਉਹ ਮੇਰੇ ਸਾਹਮਣੇ ਬੈਠੀ ਸਬਜ਼ੀ ਕੱਟ ਰਹੀ ਸੀ ਤੇ ਮੈਂ ਬਰਤਨ ਸਾਫ਼ ਕਰ ਰਹੀ ਸੀ। ਮੈਂ ਕਿਹਾ ਕਿ ਤੂੰ ਰਾਤ ਨੂੰ ਸਹੁਰੇ ਦੇ ਕਮਰੇ 'ਚੋਂ ਕੀ ਕਰਨ ਗਈ ਸੀ? ਤੇਰੇ ਹੱਥ 'ਚੋਂ ਤੇਲ ਸੀ ਤੇ ਤੂੰ ਦਰਵਾਜ਼ਾ ਬੰਦ ਕਰਤਾ। ਮੇਰੀ ਜਠਾਣੀ ਹੈਰਾਨ ਰਹਿ ਗਈ। ਉਹਨੂੰ ਮੇਰੇ ਤੋਂ ਇਸ ਤਰ੍ਹਾਂ ਦੀ ਗੱਲ ਸੁਣਨ ਦੀ ਉਮੀਦ ਨਹੀਂ ਸੀ। ਉਹ ਕਹਿਣ ਲੱਗੀ, ਉਹਨਾਂ ਦੇ ਪੈਰਾਂ 'ਚੋਂ ਦਰਦ ਸੀ ਤਾਂ ਮੈਂ ਤੇਲ ਲਾਉਣ ਗਈ ਸੀ। ਮੈਂ ਕਿਹਾ, ਚਲੋ ਮੰਨ ਲਿਆ ਕਿ ਤੁਸੀਂ ਤੇਲ ਲਾਉਣ ਗਏ ਸੀ, ਪਰ ਦਰਵਾਜ਼ਾ ਬੰਦ ਕਰਨ ਦੀ ਕੀ ਲੋੜ ਸੀ? ਤੇ ਤੂੰ ਅੰਦਰ ਜਾ ਕੇ ਬੈਠ ਗਈ। ਮੈਂ 2-3 ਚੱਕਰ ਕੱਢ ਗਈ ਤਾਂ ਮੈਂ ਵੇਖਿਆ ਤੂੰ ਕਮਰੇ 'ਚੋਂ ਨਹੀਂ ਸੀ। ਮੇਰੀ ਜਠਾਣੀ ਨੇ ਮੈਨੂੰ ਝੂਠ ਬੋਲ ਦਿੱਤਾ ਕਿ ਮੈਂ ਕਮਰੇ 'ਚੋਂ ਨਹੀਂ ਸੀ, ਬਾਥਰੂਮ 'ਚੋਂ ਸੀ। ਇਸ ਲਈ ਮੈਂ ਤੈਨੂੰ ਨਜ਼ਰ ਨਹੀਂ ਆਈ। ਮੇਰੀ ਤਬੀਅਤ ਥੋੜੀ ਖਰਾਬ ਸੀ। ਉਹ ਆਪਣੇ ਕੰਮ 'ਚੋਂ ਫਿਰ ਲੱਗ ਗਈ। ਮੈਂ ਕਿਹਾ, ਕੀ ਹੋਇਆ ਸੀ ਤੇਰੀ ਤਬੀਅਤ ਨੂੰ? ਤਾਂ ਉਹ ਗੱਲ ਟਾਲਦੇ ਬੋਲੀ, ਕਿਉਂ ਤੂੰ ਛੋਟੀ ਜਿਹੀ ਗੱਲ ਨੂੰ ਵਧਾਈ ਜਾਂਦੀ ਹੈ? ਛੱਡ ਇਹਨਾਂ ਗੱਲਾਂ ਨੂੰ, ਅੱਜ ਬਹੁਤ ਜ਼ਿਆਦਾ ਗਰਮੀ ਆ ਤੇ ਇੱਕ ਤੂੰ ਆ, ਇੰਨੇ ਸਾਰੇ ਸਵਾਲ ਪੁੱਛੀ ਜਾਂਦੀ ਹੈ। ਉਹਨੇ ਸਾਰੀਆਂ ਗੱਲਾਂ ਹੀ ਟਾਲ ਦਿੱਤੀਆਂ। ਮੈਂ ਅੰਦਾਜ਼ਾ ਲਾਉਣਾ ਸੀ, ਲਾ ਲਿਆ। ਮੇਰੀ ਇੱਕ ਬਹੁਤ ਨੇੜੇ ਦੀ ਦੋਸਤ ਸੀ। ਜਦੋਂ ਮੈਂ ਉਹਨੂੰ ਇਹ ਸਭ ਦੱਸਿਆ ਤਾਂ ਉਹ ਇਹ ਗੱਲ ਸੁਣ ਕੇ ਚੌਂਕ ਉੱਠੀ ਤੇ ਉਹਨੇ ਕੰਨਾਂ ਨੂੰ ਹੱਥ ਲਾ ਕੇ ਬੋਲੀ ਕਿ ਤੂੰ ਪਾਗਲ ਤੇ ਨਹੀਂ? ਕੀ ਪਤਾ ਉੱਥੇ ਕੀ ਹੋ ਰਿਹਾ ਹੋ, ਤੈਨੂੰ ਪਤਾ ਕਰਨਾ ਚਾਹੀਦਾ। ਮੇਰੀ ਜਠਾਣੀ ਵੀ ਬੜੀ ਅਜੀਬ ਔਰਤ ਸੀ। ਚੁੱਪਚਾਪ ਰਹਿੰਦੀ ਤੇ ਖੁੱਲੇ ਕੱਪੜੇ ਪਾਉਂਦੀ ਸੀ। ਉਂਝ ਕਹਿੰਦੀ ਸੀ ਕਿ ਮੈਨੂੰ ਬਹੁਤ ਗਰਮੀ ਲੱਗਦੀ ਹੈ। ਇੱਕ ਪਾਸੇ ਉਹ ਇੰਨੇ ਲੰਬੇ ਤੇ ਮੋਟੇ ਕੱਪੜੇ ਪਾਉਂਦੀ ਸੀ, ਉਦੋਂ ਉਹਨੂੰ ਗਰਮੀ ਨਹੀਂ ਸੀ ਲੱਗਦੀ। ਕੋਈ ਨਾ ਕੋਈ ਤਾਂ ਗੜਬੜ ਜ਼ਰੂਰ ਸੀ। ਇੱਕ ਦਿਨ ਸਾਡੇ ਘਰ ਰਿਸ਼ਤੇਦਾਰ ਆਏ ਹੋਏ ਸੀ। ਮੈਂ ਉਹਨਾਂ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਗੱਲਾਂ 'ਚੋਂ ਮੈਨੂੰ ਕਿਹਾ ਕਿ ਵਿਆਹ ਤੋਂ ਪਹਿਲਾਂ ਤੇਰਾ ਪਤੀ ਬਾਹਰ ਵਾਲੇ ਦੇਸ਼ ਜਾਣਾ ਚਾਹੁੰਦਾ ਸੀ, ਪਰ ਉਹਦੇ ਪਿਓ ਨੇ ਜਾਣ ਨਹੀਂ ਦਿੱਤਾ। ਮੈਂ ਕਿਹਾ, ਮੇਰਾ ਪਤੀ ਬਾਹਰ ਨਾ ਜਾਵੇ ਤਾਂ ਵਧੀਆ, ਮੈਂ ਉਹਨੂੰ ਬਹੁਤ ਪਿਆਰ ਕਰਦੀ ਹਾਂ। ਉਹਨਾਂ ਨੇ ਕਿਹਾ ਕਿ ਤੇਰੀ ਜਠਾਣੀ ਦਾ ਵੀ ਪਤੀ ਬਾਹਰ ਹੁੰਦਾ, ਵਿਚਾਰੀ ਕਿੰਨੀ ਉਦਾਸ ਹੁੰਦੀ ਆ। ਮੈਂ ਕਿਹਾ, ਉਹ ਨਹੀਂ ਉਦਾਸ ਨਹੀਂ ਹੁੰਦੀ, ਉਹ ਬਿਲਕੁਲ ਨੋਰਮਲ ਰਹਿੰਦੀ ਆ, ਤਿਆਰ ਵੀ ਹੁੰਦੀ ਆ, ਹੱਥਾਂ 'ਚ ਚੂੜੀਆਂ ਵੀ ਪਾਉਂਦੀ ਆ। ਤਾਂ ਉਹ ਕਹਿਣ ਲੱਗੇ, ਨਹੀਂ ਅਜਿਹਾ ਨਹੀਂ ਆ, ਉਹ ਤਾਂ ਬੜੀ ਉਦਾਸ ਰਹਿੰਦੀ ਆ, ਵੈਸੇ ਹੈ ਬਹੁਤ ਸੋਹਣੀ। ਮੈਂ ਵੀ ਕਿਹਾ, ਉਹ ਹੈ ਤਾਂ ਬਹੁਤ ਸੋਹਣੀ ਆ। ਜਦੋਂ ਪਤੀ ਕੋਲ ਨਾ ਹੋਵੇ ਤਾਂ ਇਨਸਾਨ ਤਿਆਰ ਹੋ ਕੇ ਕਿਸ ਨੂੰ ਵਿਖਾਊ? ਪਰ ਉਹਦਾ ਦਿਲ ਕਰਦਾ ਹੋਵੇ ਤਿਆਰ ਹੋਣ ਨੂੰ, ਕਿ ਉਹ ਤਿਆਰ ਹੋਣਾ ਚਾਹੁੰਦਾ ਹੋਵੇ, ਇਹ ਚੰਗੀ ਗੱਲ ਹੈ। ਇਨਸਾਨ ਨੂੰ ਆਪਣੇ ਲਈ ਵੀ ਤਿਆਰ ਹੋਣਾ ਚਾਹੀਦਾ। ਸਿਰਫ ਪਤੀ ਦੇ ਲਈ ਹੀ ਕਿਉਂ ਤਿਆਰ ਹੋਵੇ? ਔਰਤਾਂ ਉਹ ਆਪਣੇ ਲਈ ਵੀ ਤਿਆਰ ਹੋ ਸਕਦੀ ਹੈ ਤਾਂ ਕਿ ਉਹਨੇ ਆਪਣੇ ਆਪ ਨੂੰ ਖੂਬਸੂਰਤ ਦੇਖੇ ਤੇ ਉਹਨੂੰ ਖੁਸ਼ੀ ਮਿਲ ਸਕੇ। ਮੇਰੀ ਜਠਾਣੀ ਨੂੰ ਦੇਖ ਕੇ ਬਿਲਕੁਲ ਵੀ ਨਹੀਂ ਸੀ ਲੱਗਦਾ ਕਿ ਉਸ ਦਾ ਪਤੀ ਬਾਹਰ ਆ। ਨਾ ਉਸ ਘਰ 'ਚੋਂ ਕੋਈ ਜੇਠ ਦੀ ਗੱਲ ਹੁੰਦੀ ਸੀ, ਨਾ ਹੀ ਕੋਈ ਉਸ ਦਾ ਨਾਮ ਲੈਂਦਾ ਸੀ। ਨਾ ਮੈਂ ਉਹਦੀ ਕੋਈ ਫੋਟੋ ਵੇਖੀ ਤੇ ਨਾ ਹੀ ਕਿਸੇ ਨੂੰ ਗੱਲ ਕਰਦੇ ਹੋਏ ਵੇਖਿਆ ਸੀ। ਜੇ ਪਤੀ ਬਾਹਰ ਸੀ ਤਾਂ ਫੋਨ ਤੇ ਤਾਂ ਗੱਲ ਕਰਦਾ ਹੀ ਹੋਵੇਗਾ। ਤੇ ਇੱਥੋਂ ਤੱਕ ਮੇਰਾ ਸਹੁਰਾ ਜੀ ਵੀ ਨਹੀਂ ਸੀ ਕਹਿੰਦੇ ਕਿ ਮੇਰਾ ਮੁੰਡਾ ਬਾਹਰ ਆ। ਇੱਕ ਵਾਰੀ ਅਸੀਂ ਰੋਟੀ ਖਾ ਰਹੇ ਸੀ ਤਾਂ ਮੇਰੇ ਸਹੁਰੇ ਨੇ ਕਿਹਾ, ਰੱਬ ਨੇ ਇੱਕ ਹੀ ਮੁੰਡਾ ਦਿੱਤਾ। ਤਾਂ ਮੈਂ ਕਿਹਾ ਕਿ ਪਾਪਾ ਤੁਹਾਡੇ ਇੱਕ ਹੋਰ ਮੁੰਡਾ ਵੀ ਤਾਂ ਹੈ। ਉਹਨੇ ਕਿਹਾ, ਗਲਤੀ ਹੋ ਗਈ ਮੇਰੇ ਤੋਂ, ਇੱਕ ਪਿਓ ਆਪਣੀ ਔਲਾਦ ਨੂੰ ਥੋੜਾ ਭੁੱਲ ਸਕਦਾ। ਮੈਂ ਤਾਂ ਮਜ਼ਾਕ ਕਰ ਰਿਹਾ ਸੀ। ਅਸੀਂ ਸਾਰੇ ਹੈਰਾਨ ਹੋਏ ਕਿ ਉਹ ਕਿਵੇਂ ਭੁੱਲ ਗਏ। ਮੇਰੇ ਪਤੀ ਨੇ ਅਜੀਬ ਜਿਹਾ ਮੂੰਹ ਬਣਾ ਲਿਆ ਤੇ ਜਠਾਣੀ ਵੀ ਇੱਧਰ ਉੱਧਰ ਵੇਖਣ ਲੱਗੀ। ਐਵੇਂ ਲੱਗਿਆ ਜਿਵੇਂ ਇਹ ਤਿੰਨੇ ਮੇਰੇ ਤੋਂ ਕੋਈ ਗੱਲ ਲੁਕੋ ਰਹੇ ਨੇ। ਜਠਾਣੀ ਦਾ ਸਹੁਰੇ ਦੇ ਕਮਰੇ 'ਚੋਂ ਜਾਣਾ ਪਹਿਲਾਂ ਵਾਲਾ ਹੀ ਰੁਟੀਨ ਸੀ। ਮੈਂ ਫੇਰ ਉਹਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, ਸਹੁਰੇ ਦੀਆਂ ਲੱਤਾਂ 'ਚੋਂ ਦਰਦ ਆ। ਜਦੋਂ ਤੱਕ ਉਹਨਾਂ ਦੀਆਂ ਲੱਤਾਂ ਨਾ ਨੱਪਾਂ ਉਦੋਂ ਤੱਕ ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਪਰ ਮੈਂ ਇਹ ਸੋਚ ਰਹੀ ਸੀ ਕਿ ਜਦੋਂ ਉਹ ਸੌਂ ਜਾਂਦੇ ਨੇ ਤਾਂ ਉਦੋਂ ਇਹ ਬਾਹਰ ਕਿਉਂ ਨਹੀਂ ਆਉਂਦੀ? ਕਮਰੇ ਦੇ ਅੰਦਰ ਕੀ ਕਰਦੀ ਆ ਕਿ ਸਾਰੀ ਰਾਤ ਲੱਤਾਂ ਹੀ ਨੱਪਦੀ ਰਹਿੰਦੀ ਆ? ਇਹਦੇ ਨਾਲ ਮੇਰੇ ਸਹੁਰੇ ਦਾ ਵੀ ਕੋਈ ਵੀ ਰਿਸ਼ਤਾ ਨਹੀਂ ਸੀ। ਉਹ ਉਹਦੇ ਚਾਚਾ ਹੁੰਦੇ ਜਾਂ ਮਾਮਾ ਹੁੰਦੇ, ਕਿਉਂਕਿ ਉਹਨਾਂ ਨੇ ਇੱਕ ਨੂੰਹ ਆਪਣੇ ਖਾਨਦਾਨ 'ਚੋਂ ਨਹੀਂ ਲਿਆਂਦੀ ਸੀ, ਇਹ ਖਾਨਦਾਨ 'ਚੋਂ ਬਾਹਰ ਵਾਲੀ ਕੁੜੀ ਸੀ। ਫਿਰ ਇਹ ਕਿੰਨੀ ਅਜੀਬ ਗੱਲ ਸੀ। ਉਹ ਸਹੁਰੇ ਦੇ ਕਮਰੇ 'ਚੋਂ ਚਲੀ ਜਾਂਦੀ, ਉਹਨਾਂ ਦੇ ਲੱਤਾਂ ਦੀ ਮਾਲਿਸ਼ ਕਰਦੀ ਤੇ ਫਿਰ ਉੱਥੇ ਹੀ ਸੌਂ ਜਾਂਦੀ ਸੀ। ਤੇ ਉਹ ਆਵਾਜ਼ਾਂ, ਉਹਨਾਂ ਦੇ ਬਾਰੇ ਮੈਂ ਸੋਚ ਕੇ ਤਾਂ ਮੇਰਾ ਦਿਮਾਗ ਖਰਾਬ ਹੋ ਜਾਂਦਾ ਸੀ, ਜੋ ਮੈਂ ਸੋਚਣਾ ਵੀ ਨਹੀਂ ਸੀ ਚਾਹੁੰਦੀ। ਤੇ ਉਹ ਘਰ 'ਚੋਂ
ਜੋ ਹੋ ਰਿਹਾ ਸੀ। ਇੱਕ ਦਿਨ ਤਾਂ ਕੁਝ ਅਜਿਹਾ ਹੋਇਆ ਕਿ ਮੈਂ ਹੈਰਾਨ ਰਹਿ ਗਈ। ਮੈਂ ਆਪਣੀ ਜਠਾਣੀ ਨੂੰ ਕੱਪੜੇ ਬਦਲਦੀ ਨੂੰ ਵੇਖ ਲਿਆ। ਉਹ ਮੈਨੂੰ ਵੇਖ ਕੇ ਬੁਰੀ ਤਰ੍ਹਾਂ ਡਰ ਗਈ, ਪਰ ਉਹਦੇ ਤੋਂ ਜ਼ਿਆਦਾ ਮੈਂ ਡਰ ਗਈ। ਮੈਂ ਕਿਹਾ ਕਿ ਤੁਸੀਂ ਤਾਂ ਮਾਂ ਬਣਨ ਵਾਲੇ ਹੋ ਤੇ ਤੁਸੀਂ ਮੈਨੂੰ ਦੱਸਿਆ ਨਹੀਂ। ਉਸ ਦੀ ਜ਼ੁਬਾਨ ਉਸ ਦਾ ਸਾਥ ਨਹੀਂ ਸੀ ਦੇ ਰਹੀ। ਉਹ ਘਬਰਾਈ ਹੋਈ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ ਬੋਲੀ ਕਿ ਸਾਡੇ ਖਾਨਦਾਨ 'ਚੋਂ ਇਹ ਸਭ ਨਹੀਂ ਦੱਸਿਆ ਜਾਂਦਾ। ਜਦੋਂ ਤੱਕ 7 ਮਹੀਨੇ ਨਹੀਂ ਹੁੰਦੇ ਕਹਿੰਦੇ ਨੇ ਨਜ਼ਰ ਲੱਗ ਜਾਂਦੀ ਆ। ਮੈਂ ਤੇ ਚੰਗੀ ਗੱਲ ਵੀ ਨਹੀਂ ਹੁੰਦੀ, ਇਸ ਲਈ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਮਾਂ ਬਣਨ ਵਾਲੀ ਹਾਂ। ਮੈਂ ਕਿਹਾ ਕਦੇ ਮੇਰੇ ਪਤੀ ਨੇ ਵੀ ਨਹੀਂ ਦੱਸਿਆ ਤੇ ਨਾ ਹੀ ਕਦੇ ਮੇਰੇ ਸਹੁਰੇ ਨੇ ਜ਼ਿਕਰ ਕੀਤਾ ਕਿ ਉਹਨਾਂ ਲੋਕਾਂ ਨੂੰ ਵੀ ਨਹੀਂ ਪਤਾ। ਮੇਰੀ ਜਠਾਣੀ ਨੂੰ ਕੋਈ ਗੱਲ ਨਹੀਂ ਔੜ ਰਹੀ ਸੀ। ਉਹਨੇ ਕਿਹਾ ਪਤਾ ਹੈ, ਪਰ ਉਹਨਾਂ ਨੂੰ ਯਾਦ ਨਹੀਂ। ਮੈਂ ਕਿਹਾ ਇਹ ਕੀ ਗੱਲ ਹੋਈ, ਕੋਈ ਇੰਨੀ ਵੱਡੀ ਗੱਲ ਕਿਵੇਂ ਲੁਕੋ। ਮੈਨੂੰ ਵੀ ਨਹੀਂ ਪਤਾ ਲੱਗਿਆ ਸੀ ਕਿਉਂਕਿ ਉਹ ਖੁੱਲ੍ਹੇ ਕੱਪੜੇ ਪਾਉਂਦੀ ਸੀ, ਪਰ ਹੁਣ ਉਹਨੂੰ ਵੇਖ ਕੇ ਲੱਗਦਾ ਸੀ ਕਿ ਉਹਦਾ 7ਵਾਂ ਮਹੀਨਾ ਚੱਲ ਰਿਹਾ। ਪਰ ਫਿਰ ਵੀ ਘਰ 'ਚੋਂ ਕੋਈ ਵੀ ਜੇਠ ਦਾ ਨਾਮ ਨਹੀਂ ਲੈਂਦਾ ਸੀ। ਪਤਾ ਨਹੀਂ ਉਹਨਾਂ ਦੀ ਉਹਦੇ ਨਾਲ ਕੋਈ ਦੁਸ਼ਮਣੀ ਸੀ ਜਾਂ ਕੋਈ ਉਹਨਾਂ ਨੂੰ ਪਸੰਦ ਨਹੀਂ ਸੀ ਕਰਦਾ। ਇਸ ਘਰ 'ਚੋਂ ਰਹਿੰਦੀ ਨੂੰ ਮੈਨੂੰ 2 ਮਹੀਨੇ ਹੋ ਗਏ ਸੀ। ਉਹ ਵੀ ਉਹਨਾਂ ਲਈ ਕੁਝ ਵੀ ਨਹੀਂ ਭੇਜਦੇ ਸੀ, ਨਾ ਹੀ ਪੈਸੇ ਆਏ ਨਾ ਕੋਈ ਪਾਰਸਲ। ਫਿਰ ਮੈਂ ਸੋਚਿਆ ਇੱਕ ਮੇਰੀ ਜੇਠਾਣੀ ਦੀ ਇਹ ਹਾਲਤ ਆ, ਉੱਤੋਂ ਮੇਰਾ ਸਹੁਰਾ ਫਿਰ ਵੀ ਉਸ ਤੋਂ ਆਪਣੀਆਂ ਲੱਤਾਂ ਨੱਪਣ ਲਈ ਬੁਲਾ ਲੈਂਦੇ ਨੇ, ਆਪਣੀਆਂ ਲੱਤਾਂ 'ਤੇ ਮਾਲਿਸ਼ ਕਰਵਾਉਂਦੇ ਨੇ। ਉਹ ਵੀ ਹਰ ਰੋਜ਼। ਉਹਨਾਂ ਨੂੰ ਵੀ ਅਹਿਸਾਸ ਹੋਣਾ ਚਾਹੀਦਾ ਇਸ ਟਾਈਮ ਤਾਂ ਔਰਤਾਂ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਆ। ਇੱਕ ਦਿਨ ਅਸੀਂ ਸਭ ਖਾਣਾ ਖਾ ਰਹੇ ਸੀ ਤਾਂ ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਮੈਂ ਤੁਹਾਡੇ ਲਈ ਚਾਟ ਬਣਾਈ ਆ, ਇਹੋ ਜਿਹੀ ਹਾਲਤ 'ਚੋਂ ਤੁਹਾਡਾ ਚਾਟ ਖਾਣ ਨੂੰ ਜੀ ਕਰਦਾ ਹੋ। ਇਹ ਗੱਲ ਸੁਣ ਕੇ ਮੇਰੀ ਜਠਾਣੀ ਦੇ ਗਲ 'ਚੋਂ ਬੁਰਕੀ ਅੜ ਗਈ ਤੇ ਸਹੁਰੇ ਨੇ ਵੀ ਹੈਰਾਨ ਹੋ ਕੇ ਵੇਖਿਆ। ਉਹ ਸਾਰਿਆਂ ਨੇ ਸਾਹਮਣੇ ਕਹਿਣ ਲੱਗੀ ਕਿ ਤੈਨੂੰ ਕੀ ਹੋ ਗਿਆ, ਤੈਨੂੰ ਕਿਹਨੇ ਕਿਹਾ ਕਿ ਮੈਂ ਪੇਟ ਤੋਂ ਆ। ਜਦੋਂ ਮੇਰਾ ਪਤੀ ਮੈਨੂੰ ਮਿਲਣ ਹੀ ਨਹੀਂ ਆਇਆ, ਮੇਰਾ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਕਿਵੇਂ ਮੇਰੀ ਜਠਾਣੀ ਨੇ ਝੂਠ ਬੋਲ ਦਿੱਤਾ, ਜਦੋਂ ਕਿ ਮੈਨੂੰ ਸਾਰਾ ਕੁਝ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਪੇਟ ਤੋਂ ਆ। ਤੇ ਜੇ ਉਹਦਾ ਪਤੀ ਨਹੀਂ ਆਇਆ ਤਾਂ ਫਿਰ ਇਹ ਬੱਚਾ ਕਿਹਦਾ ਸੀ। ਮੇਰੇ ਸਹੁਰੇ ਨੇ ਵੀ ਕਿਹਾ ਕਿ ਉਹ ਤੇਰੇ ਨਾਲ ਮਜ਼ਾਕ ਕਰ ਰਹੀ ਆ ਤੇ ਤੂੰ ਸੱਚ ਮੰਨ ਲਿਆ। ਧੀਏ, ਹਾਲੇ ਇਸ ਘਰ 'ਚੋਂ ਕੋਈ ਖੁਸ਼ਖਬਰੀ ਨਹੀਂ ਆ। ਹੁਣ ਤਾਂ ਤੁਹਾਡੇ ਵੱਲ ਵੇਖਦੇ ਆ, ਜਲਦੀ ਹੀ ਕੋਈ ਖੁਸ਼ਖਬਰੀ ਸੁਣਾ ਦਿਓ ਤਾਂ ਕਿ ਇਸ ਘਰ ਵਿੱਚ ਕੋਈ ਰੌਣਕ ਆ ਜਾਵੇ। ਮੇਰੇ ਸਹੁਰੇ ਨੇ ਅਚਾਨਕ ਹੀ ਮੇਰੀ ਜਠਾਣੀ ਨੂੰ ਕਿਹਾ, ਆ ਜਾ, ਮੈਂ ਤੈਨੂੰ ਛੱਡ ਆਉਣਾ। ਮੈਂ ਤਾਂ ਭੁੱਲ ਹੀ ਗਿਆ, ਤੂੰ ਵੀ ਮੈਨੂੰ ਯਾਦ ਨਹੀਂ ਕਰਵਾਉਂਦੀ। ਹੁਣ ਇਹਦਾ ਪਤੀ ਘਰ ਨਹੀਂ ਆ ਤਾਂ ਇਹ ਜ਼ਿੰਮੇਵਾਰੀ ਵੀ ਮੈਨੂੰ ਪੂਰੀ ਕਰਨੀ ਪੈਂਦੀ ਆ। ਜਦੋਂ ਇਹ ਕਹਿੰਦੀ ਹੈ ਮੈਂ ਇਹਨੂੰ ਪੇਕੇ ਛੱਡ ਆਉਣਾ। ਮੇਰੇ ਸਹੁਰਾ ਜੀ ਮੈਨੂੰ ਸਫਾਈਆਂ ਦੇਣ ਲੱਗੇ। ਉਹਨਾਂ ਨੇ ਕਿਹਾ ਕਿ ਇਹਦੇ ਪਾਪਾ ਨਾਲ ਮੇਰੀ ਵਧੀਆ ਦੋਸਤੀ ਸੀ ਤਾਂ ਉੱਥੇ ਦੇਰ ਬਹਿ ਜਾਣਾ, ਵਧੀਆ ਟਾਈਮ ਲੰਘ ਜਾਂਦਾ। ਤੁਸੀਂ ਦੋਨੋਂ ਮੀਆਂ ਬੀਬੀ ਬਹਿ ਕੇ ਖਾਣਾ ਖਾਓ, ਅਸੀਂ ਜਾਂਦੇ ਹਾਂ। ਮੇਰੀ ਜਠਾਣੀ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਹ ਮੈਨੂੰ ਵੇਖ ਰਹੀ ਸੀ ਜਿਵੇਂ ਮੈਂ ਉਹਦੀ ਜ਼ਿੰਦਗੀ ਬਰਬਾਦ ਕਰਦੀ ਹੋਵਾਂ। ਮੇਰੇ ਸਹੁਰਾ ਜੀ ਅਚਾਨਕ ਉਹਨੂੰ ਉੱਥੋਂ ਲੈ ਕੇ ਚਲੇ ਗਏ। ਪਹਿਲਾਂ ਤਾਂ ਕੋਈ ਗੱਲ ਨਹੀਂ ਕਰ ਰਹੇ ਸੀ ਕਿ ਅੱਜ ਲੈ ਕੇ ਜਾਣਾ ਹੈ, ਉਹ ਤਾਂ ਚਲੇ ਗਏ। ਮੇਰੇ ਪਤੀ ਨੇ ਕਿਹਾ ਕਿ ਤੈਨੂੰ ਇਹ ਸਭ ਕਿਸ ਨੇ ਕਹਿ ਦਿੱਤਾ, ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੀ ਸੀ। ਮੈਂ ਕਿਹਾ ਮੈਂ ਵੇਖਿਆ ਸੀ, ਉਹਨਾਂ ਦਾ ਪੇਟ ਏਡਾ ਵੱਡਾ ਸੀ। ਮੇਰੇ ਪਤੀ ਹੱਸਣ ਲੱਗੇ, ਉਹਨਾਂ ਦਾ ਪੇਟ ਖਾਣਾ ਖਾਣ ਕਰਕੇ ਵੱਡਾ ਤੇ ਤੂੰ ਸਮਝ ਲਿਆ ਕਿ ਉਹ ਪ੍ਰੈਗਨੈਂਟ ਨੇ। ਮੇਰਾ ਭਾਈ ਤਾਂ 2 ਸਾਲ ਤੋਂ ਵਾਪਸ ਨਹੀਂ ਆਇਆ ਤਾਂ ਬੱਚਾ ਕਿੱਥੋਂ ਹੋ। ਮੈਂ ਆਪਣੇ ਪਤੀ ਨੂੰ ਕੁਝ ਨਹੀਂ ਕਿਹਾ ਤੇ ਮੈਂ ਉਹਨਾਂ ਨਾਲ ਬਹਿਸ ਵੀ ਨਹੀਂ ਕੀਤੀ, ਪਰ ਗੱਲ ਪੱਕੀ ਸੀ ਕਿ ਉਹਨਾਂ ਦਾ 7ਵਾਂ ਮਹੀਨਾ ਹੀ ਚੱਲ ਰਿਹਾ ਸੀ। ਪਰ ਉਹ ਇਹ ਗੱਲਾਂ ਕਿਉਂ ਲੁਕੋ ਰਹੀ ਸੀ। ਜੇ ਗੱਲ ਲੁਕੋ ਵੀ ਰਹੀ ਸੀ ਤਾਂ ਕਦੋਂ ਤੱਕ ਲੁਕੀ ਰਹਿੰਦੀ ਕਿ ਉਹਨੇ ਬੱਚਾ ਪੈਦਾ ਨਹੀਂ ਕਰਨਾ ਸੀ। ਮੇਰੇ ਸਹੁਰਾ ਜੀ ਮੇਰੀ ਜਠਾਣੀ ਨੂੰ ਛੱਡ ਕੇ ਰਾਤ ਨੂੰ ਘਰ ਵਾਪਸ ਆ ਗਏ। ਮੈਂ ਜਠਾਣੀ ਨੂੰ ਦੇਖ ਕੇ ਫਿਰ ਹੈਰਾਨ ਹੋ ਗਈ। ਉਹਨਾਂ ਦੇ ਚਿਹਰੇ 'ਤੇ ਇੱਕ ਬਹੁਤ ਵੱਡਾ ਨਿਸ਼ਾਨ ਸੀ, ਜਿਵੇਂ ਕੋਈ ਜ਼ਖਮ ਹੋਵੇ। ਮੈਂ ਅੱਗੇ ਵਧੀ ਤੇ ਕਿਹਾ ਕਿ ਇਹ ਸਭ ਕਿਵੇਂ ਹੋ ਗਿਆ। ਤਾਂ ਉਹ ਕਹਿਣ ਲੱਗੀ, ਘਰ ਵਾਪਸ ਆਉਂਦੀ ਡਿੱਗ ਪਈ ਤੇ ਮੇਰਾ ਮੂੰਹ ਜ਼ਮੀਨ 'ਤੇ ਲੱਗ ਗਿਆ। ਮੇਰੀ ਜਠਾਣੀ ਦੀਆਂ ਅੱਖਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਜਿਵੇਂ ਉਹ ਝੂਠ ਬੋਲ ਰਹੀ ਆ। ਉਹ ਆਪਣੇ ਕਮਰੇ ਵਿੱਚ ਚਲੀ ਗਈ ਤੇ ਰੋਟੀ ਵੀ ਨਹੀਂ ਖਾਧੀ। ਜੇ ਉਹ ਡਿੱਗ ਪਈ ਤੇ ਉਹਦੇ ਚਿਹਰਾ ਜ਼ਮੀਨ 'ਤੇ ਲੱਗ ਗਿਆ ਤਾਂ ਫਿਰ ਉਹਦੇ ਬੱਚੇ ਨੂੰ ਵੀ ਕੋਈ ਨੁਕਸਾਨ ਪਹੁੰਚਿਆ ਹੋ ਸਕਦਾ ਸੀ, ਪਰ ਅਜਿਹਾ ਕੁਝ ਵੀ ਨਹੀਂ ਸੀ। ਇਵੇਂ ਲੱਗਦਾ ਸੀ ਜਿਵੇਂ ਉਹਦੇ ਨਾਲ ਕਿਸੇ ਨੇ ਧੱਕਾ ਕੀਤਾ ਹੋਵੇ। ਅੱਜ ਰਾਤ ਉਹਦੇ
ਜਦੋਂ ਉਹ ਸਹੁਰੇ ਘਰ ਵਿੱਚ ਜਾ ਰਹੀ ਸੀ, ਸਹੁਰੇ ਦੇ ਕਮਰੇ ਵਿੱਚ ਜਾ ਰਹੀ ਸੀ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਆ ਰਹੇ ਸੀ। ਉਹਨੇ ਕਮਰੇ 'ਚੋਂ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ ਸਾਫ਼ ਕੀਤੀਆਂ। ਉਹ ਵਿਚਾਰੀ ਨਾਲ ਇੱਥੇ ਤਾਂ ਕੋਈ ਜ਼ੁਲਮ ਹੋ ਰਿਹਾ ਸੀ ਤੇ ਉਹ ਸਭ ਕੁਝ ਆਪ ਕਰ ਰਹੀ ਸੀ। ਇੱਕ ਦਿਨ ਮੈਨੂੰ ਬਹੁਤ ਗੁੱਸਾ ਆ ਗਿਆ। ਮੈਂ ਆਪਣੀ ਜਠਾਣੀ ਨੂੰ ਕਿਹਾ ਕਿ ਐਡਾ ਵੱਡਾ ਝੂਠ ਕਿਉਂ ਬੋਲ ਰਹੇ ਹੋ? ਉਹ ਵੀ ਸਾਰਿਆਂ ਦੇ ਸਾਹਮਣੇ। ਮੈਂ ਅੰਨੀ ਨਹੀਂ। ਮੈਂ ਤੈਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਤੂੰ ਮਾਂ ਬਣਨ ਵਾਲੀ ਹੈ। ਤੁਸੀਂ ਕੋਈ ਨਕਲੀ ਪੇਟ ਨਹੀਂ ਲਗਾ ਰੱਖਿਆ ਤੇ ਤੂੰ ਇਹਨਾਂ ਖਾਂਦੀ ਵੀ ਨਹੀਂ ਕਿ ਤੇਰਾ ਬੱਚਾ, ਜੇ ਤੇਰਾ ਪਤੀ ਆਇਆ ਨਹੀਂ ਤਾਂ ਫਿਰ ਇਹ ਬੱਚਾ ਕਿਹਦਾ? ਮੇਰੀ ਜਠਾਣੀ ਨੇ ਮੇਰੀ ਗੱਲ ਸੁਣ ਲਈ ਪਰ ਜਵਾਬ ਨਹੀਂ ਦੇ ਰਹੀ ਸੀ। ਕਿਉਂ ਨਹੀਂ ਆਉਂਦੀ? ਕਮਰੇ ਤੋਂ ਬਾਹਰ ਤੇਲ ਲਾਤਾ ਤਾਂ ਫਿਰ ਵਾਪਸ ਆ ਜਾਓ। ਉੱਥੇ ਸੌਣ ਦੀ ਕੀ ਜ਼ਰੂਰਤ ਹੈ? ਤੇ ਇੰਨਾ ਕਿਹੜਾ ਉਹਦੀਆਂ ਲੱਤਾਂ 'ਚੋਂ ਦਰਦ ਰਹਿੰਦਾ ਜਿਹੜਾ ਤੂੰ ਰੋਜ਼ ਉਹਨਾਂ ਦੀਆਂ ਲੱਤਾਂ ਦੇ ਵਿੱਚ ਮਾਲਿਸ਼ ਕਰਨ ਲਈ ਚਲੀ ਜਾਂਦੀ ਆ? ਉਹ ਕਿਹੜਾ ਕੋਈ ਇੰਨਾ ਕੰਮ ਕਰਦੇ ਆ? ਜੇਕਰ ਤੁਸੀਂ ਦੋਨੋਂ ਕੋਈ ਮਿਲ ਕੇ ਚੱਕਰ ਚਲਾ ਰਹੇ ਹੋ ਤੇ ਮੈਨੂੰ ਪਤਾ ਲੱਗਿਆ ਤਾਂ ਮੈਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਬਦਨਾਮ ਕਰ ਦੇਵਾਂਗੀ। ਮੈਂ ਤੁਹਾਨੂੰ ਛੱਡੂੰਗੀ ਨਹੀਂ। ਮੈਨੂੰ ਪਤਾ ਇੱਕ ਔਰਤ ਮਰਦ ਤੋਂ ਬਿਨਾਂ ਨਹੀਂ ਰਹਿ ਸਕਦੀ। ਤੇਰਾ ਪਤੀ 2 ਸਾਲ ਤੋਂ ਬਾਹਰ ਆ, ਪਰ ਇਹਦਾ ਮਤਲਬ ਇਹ ਨਹੀਂ ਕਿ ਤੂੰ ਆਪਣੀ ਇੱਜ਼ਤ ਦਾ ਸੌਦਾ ਕਰ ਲੈ। ਇਸ ਬੱਚੇ ਦਾ ਕੀ ਕਸੂਰ ਆ? ਜਦੋਂ ਇਹ ਇਸ ਦੁਨੀਆ 'ਚੋਂ ਆਊਗਾ ਤਾਂ ਪਾਪਾ ਕਿਸ ਨੂੰ ਕਹੂ? ਕੀ ਤੂੰ ਇਸ ਬੱਚੇ ਨੂੰ ਇਸ ਦੁਨੀਆ ਵਿੱਚ ਲੈ ਕੇ ਨਹੀਂ ਆਉਣਾ ਚਾਹੁੰਦੀ? ਕਦੋਂ ਤੱਕ ਲੁਕਾਵੇਂਗੀ? ਕਿਉਂ ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਰਹੀ? ਮੇਰੀ ਜਠਾਣੀ ਨੂੰ ਗੁੱਸਾ ਆ ਗਿਆ। ਤੈਨੂੰ ਇਹ ਲੱਗਦਾ ਕਿ ਮੈਂ ਆਪਣੇ ਸਹੁਰੇ ਦੇ ਕਮਰੇ 'ਚ ਜਾਂਦੀ ਹਾਂ ਤੇ ਇਹ ਬੱਚਾ ਮੇਰੇ ਪਤੀ ਦਾ ਨਹੀਂ? ਤਾਂ ਅੱਜ ਮੇਰੀ ਥਾਂ ਤੇ ਤੂੰ ਚਲੀ ਜਾ ਉਹਨਾਂ ਦੇ ਤੇਲ ਦੀ ਮਾਲਿਸ਼ ਕਰਨ, ਫਿਰ ਦੇਖ ਲਈ ਉੱਥੇ ਕੀ ਹੁੰਦਾ। ਮੈਂ ਕਿਹਾ ਠੀਕ ਹੈ, ਮੈਂ ਚਲੀ ਜਾਊਂਗੀ, ਦੇਖਦੀ ਹਾਂ ਕੀ ਹੁੰਦਾ। ਉਹਨੇ ਕਿਹਾ ਕਿ ਸਹੁਰੇ ਨੇ ਪਹਿਲਾਂ ਹੀ ਕਮਰੇ ਦਾ ਬਲਬ ਬੰਦ ਕੀਤਾ ਹੁੰਦਾ ਹੈ ਤੇ ਉਹ ਤੈਨੂੰ ਇੰਨਾ ਹੀ ਕਹਿਣਗੇ ਕਿ ਤੇਲ ਲਗਾ ਦੇ, ਤੂੰ ਆਰਾਮ ਨਾਲ ਲਾ ਦੇ। ਮੈਂ ਕਿਹਾ ਠੀਕ ਹੈ, ਮੈਂ ਜਾਊਂਗੀ, ਮੈਂ ਵੀ ਦੇਖਦੀ ਹਾਂ ਅੰਦਰ ਕੀ ਹੁੰਦਾ। ਪਰ ਮੈਨੂੰ ਪਤਾ ਸੀ ਕਿ ਔਰਤ ਦੀ ਗਲਤੀ ਨਹੀਂ ਹੁੰਦੀ। ਔਰਤ ਜਿੱਤ ਕੇ ਵੀ ਹਾਰ ਜਾਂਦੀ ਆ। ਪਰ ਇੱਥੇ ਮੈਨੂੰ ਗਲਤੀ ਮੇਰੀ ਜਠਾਣੀ ਦੀ ਲੱਗ ਰਹੀ ਸੀ। ਜੇ ਕੁਝ ਗਲਤ ਹੋ ਰਿਹਾ ਸੀ ਤਾਂ ਉਹ ਕੁਝ ਵੀ ਕਿਸੇ ਨੂੰ ਦੱਸ ਕਿਉਂ ਨਹੀਂ ਸੀ ਰਹੀ? ਜੇ ਮੇਰੇ ਸਹੁਰਾ ਉਹਦੇ ਨਾਲ ਜ਼ਬਰਦਸਤੀ ਕਰ ਰਿਹਾ ਸੀ ਤਾਂ ਉਹ ਕਿਉਂ ਬਰਦਾਸ਼ਤ ਕਰ ਰਹੀ ਸੀ? ਜੇ ਉਹ ਆਪਣੇ ਪਤੀ ਨਾਲ ਗੱਲ ਨਹੀਂ ਕਰਦੀ ਸੀ ਤਾਂ ਉਹ ਮੇਰੇ ਪਤੀ ਨੂੰ ਦੱਸ ਦਿੰਦੀ, ਮੈਨੂੰ ਹੀ ਦੱਸ ਦਿੰਦੀ, ਮੈਂ ਉਹਦੀ ਮਦਦ ਕਰਦੀ। ਜਿਹੜੇ ਹਿਸਾਬ ਨਾਲ ਮੈਂ ਆਵਾਜ਼ਾਂ ਸੁਣੀਆਂ ਸੀ, ਮੈਨੂੰ ਮੇਰੀ ਜਠਾਣੀ ਤੇ ਸ਼ੱਕ ਹੋ ਗਿਆ ਸੀ। ਮੇਰਾ ਪਤੀ ਤਾਂ ਵੈਸੇ ਹੀ ਘਰ ਲੇਟ ਆਉਂਦਾ ਸੀ। ਮੇਰਾ ਸਹੁਰਾ 9 ਵਜੇ ਸੌ ਜਾਂਦਾ ਸੀ। ਇਸ ਲਈ ਮੇਰੀ ਜਠਾਣੀ ਨੇ ਮੈਨੂੰ ਕਿਹਾ ਕਿ ਅੱਜ ਤੂੰ ਚਲੀ ਜਾ। ਮੈਂ ਦੇਖਿਆ ਤਾਂ ਕਮਰੇ ਦੀ ਲਾਈਟ ਪਹਿਲਾਂ ਹੀ ਬੰਦ ਸੀ। ਮੈਂ ਹੱਥ ਤੇ ਤੇਲ ਦੀ ਕੌਲੀ ਫੜ ਲਈ ਤੇ ਅੰਦਰ ਚਲੀ ਗਈ। ਮੇਰੀ ਜਠਾਣੀ ਨੇ ਕਿਹਾ ਸੀ ਅੰਦਰ ਜਾਂਦੇ ਹੀ ਦਰਵਾਜ਼ਾ ਬੰਦ ਕਰ ਲਈ ਤੇ ਜੇ ਕੋਈ ਗੱਲ ਪੁੱਛੀ ਤਾਂ ਅੱਗੇ ਤੋਂ ਹਾਂ ਵਿੱਚ ਜਵਾਬ ਦੇਣਾ। ਮੈਨੂੰ ਡਰਨ ਦੀ ਕੀ ਲੋੜ ਸੀ? ਇਹ ਮੇਰੇ ਸਹੁਰਾ ਸੀ। ਜੇ ਪਤਾ ਲੱਗ ਵੀ ਜਾਂਦਾ ਤਾਂ ਮੈਂ ਬਾਹਰ ਆ ਜਾਂਦੀ। ਮੇਰੀ ਜਠਾਣੀ ਬਾਹਰ ਹੀ ਖੜੀ ਸੀ। ਸਹੁਰੇ ਨੇ ਅੰਦਰ ਜਾਂਦੇ ਹੀ ਅਜਿਹੀ ਗੱਲ ਕਹੀ ਕਿ ਮੈਂ ਆਪਣੇ ਕੰਨਾਂ ਤੇ ਹੱਥ ਲਾ ਲਿਆ। ਉਹ ਕਹਿਣ ਲੱਗਿਆ, ਮੇਰੀ ਜਾਨ, ਅੱਜ ਇੰਨਾ ਟਾਈਮ ਕਿਉਂ ਲਾ ਦਿੱਤਾ? ਮੈਂ ਪੂਰੀ ਤਰ੍ਹਾਂ ਹੈਰਾਨ ਹੋ ਗਈ। ਬੈਠ ਜਾ ਮੇਰੇ ਕੋਲ, ਖੜੀ ਕਿਉਂ ਏ? ਕੀ ਹੋਇਆ? ਨਾਰਾਜ਼ ਮੇਰੇ ਤੋਂ? ਉਹ ਐਵੇਂ ਬੋਲ ਰਹੇ ਸੀ ਜਿਵੇਂ ਕੋਈ ਆਪਣੀ ਪਤਨੀ ਨਾਲ ਗੱਲ ਕਰਦਾ। ਮੈਨੂੰ ਤਾਂ ਉੱਥੇ 2 ਮਿੰਟ ਹੀ ਹੋਏ ਸੀ ਕਿ ਮੈਂ ਜਲਦੀ ਨਾਲ ਬਾਹਰ ਆ ਗਈ ਤੇ ਆਪਣੀ ਜਠਾਣੀ ਨੂੰ ਹੈਰਾਨ ਹੋ ਕੇ ਵੇਖਿਆ। ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ ਤੇ ਉਹਨੇ ਮੈਨੂੰ ਇੱਕ ਫੋਟੋ ਦਿਖਾਈ। ਉਹ ਆਪਣੇ ਸਹੁਰੇ ਨਾਲ ਦੁਲਹਨ ਬਣੀ ਬੈਠੀ ਸੀ। ਉਹਨੇ ਕਿਹਾ, ਇਹ ਮੇਰੇ ਸਹੁਰਾ ਨਹੀਂ, ਮੇਰਾ ਪਤੀ ਹੈ ਤੇ ਮੇਰਾ ਇਹਦੇ ਨਾਲ ਵਿਆਹ ਹੋਇਆ। ਤੂੰ ਜੋ ਆਵਾਜ਼ ਸੁਣੀ ਸੀ, ਇਹੀ ਵਜ੍ਹਾ ਸੀ। ਅਜਿਹੀ ਹਾਲਤ ਵਿੱਚ ਲੱਤਾਂ ਨੱਪ ਕੇ ਥੱਕ ਜਾਂਦੀ ਸੀ। ਇਸ ਕਰਕੇ ਮੇਰੇ ਮੂੰਹ 'ਚੋਂ ਇਹੋ ਜਿਹੀਆਂ ਆਵਾਜ਼ਾਂ ਆਉਂਦੀਆਂ ਸੀ। ਇਹ ਇਨਸਾਨ ਵਧੀਆ ਨਹੀਂ, ਮੇਰੇ 'ਤੇ ਜ਼ੁਲਮ ਕਰਦਾ ਹੈ ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ। ਇਹ ਮੇਰਾ ਪਤੀ ਹੈ ਤੇ ਇਹ ਬੱਚਾ ਵੀ ਇਹਦਾ ਹੀ ਹੈ। ਜਦੋਂ ਬੱਚੇ ਦਿਨ ਆਉਣਗੇ ਤਾਂ ਇਹ ਮੈਨੂੰ ਆਪਣੇ ਪਿੰਡ ਭੇਜ ਦੂਗਾ ਤੇ ਫਿਰ ਕੁਝ ਨਾ ਕੁਝ ਕਹਿ ਦੇਊ ਕਿ ਇਹ ਬੱਚਾ ਮੈਂ ਗੋਦ ਲਿਆ। ਮੇਰੇ ਪਤੀ ਨੇ ਮਿਲ ਕੇ ਇਹ ਪਲਾਨ ਬਣਾਇਆ ਸੀ ਕਿ ਇਹ ਗੱਲ ਤੈਨੂੰ ਪਤਾ ਨਾ ਲੱਗੇ। ਇਹਨੂੰ ਡਰ ਸੀ ਜੇਕਰ ਇਹਨੂੰ ਪਤਾ ਲੱਗ ਗਿਆ ਤਾਂ ਬਦਨਾਮੀ ਹੋ ਸਾਡੇ ਖਾਨਦਾਨ ਦੀ। ਜਿਹੜੀ ਔਰਤ ਇਸ ਘਰ ਵਿੱਚ ਆਈ ਸੀ ਉਹ ਮੇਰੇ ਘਰ ਵਾਲੇ ਦੀ ਭੈਣ ਸੀ। ਜਦੋਂ ਤੂੰ ਸਾਰਿਆਂ ਦੇ ਸਾਹਮਣੇ ਕਿਹਾ ਸੀ ਕਿ ਮੈਂ ਪੇਟ ਤੋਂ ਹਾਂ, ਮੇਰੇ
ਤੇ ਮੇਰੇ ਪਤੀ ਨੇ ਗੁੱਸਾ ਕੀਤਾ ਤੇ ਮੇਰੇ ਤੇ ਹੱਥ ਵੀ ਉਠਾਇਆ, ਤਾਂ ਹੀ ਮੇਰੇ ਚਿਹਰੇ ਤੇ ਜ਼ਖਮ ਹੋਇਆ ਸੀ। ਇਹ ਖਾਨਦਾਨ ਬਹੁਤ ਹੀ ਅਜੀਬ ਹੈ। ਇੱਥੇ ਬਹੁਤ ਸਾਰੇ ਰਾਜ ਨੇ, ਜਿਸ ਵਿੱਚੋਂ ਮੈਂ ਵੀ ਇੱਕ ਰਾਜ ਹਾਂ। ਪਰ ਹੁਣ ਤੂੰ ਆਪਣੇ ਪਤੀ ਨੂੰ ਦੱਸ ਦੇ ਕਿ ਮੈਨੂੰ ਸਭ ਕੁਝ ਪਤਾ ਲੱਗ ਗਿਆ ਤੇ ਤੂੰ ਖਾਮੋਸ਼ ਰਹੀ। ਮੇਰਾ ਪਤੀ ਆਪ ਹੀ ਤੁਹਾਨੂੰ ਇਹ ਸਭ ਗੱਲ ਦੱਸ ਦੂ ਜਦੋਂ ਤੈਨੂੰ ਇੱਥੇ ਕੁਝ ਮਹੀਨੇ ਹੋ ਜਾਣਗੇ। ਪਰ ਉਹ ਤੱਕ ਤੂੰ ਮੇਰੀ ਜਾਸੂਸੀ ਕਰਨਾ, ਮੇਰੇ ਮਾਮਲੇ 'ਚੋਂ ਬੋਲ ਕੇ ਮੇਰੇ ਲਈ ਮਿਸਾਲ ਖੜੀ ਕਰਨਾ ਬੰਦ ਕਰ ਦੇ। ਇਸ ਲਈ ਅੱਜ ਮੈਂ ਤੈਨੂੰ ਆਪਣੀ ਥਾਂ ਤੇ ਕਮਰੇ 'ਚੋਂ ਭੇਜਿਆ ਤਾਂ ਕਿ ਤੈਨੂੰ ਯਕੀਨ ਹੋ ਜਾਵੇ। ਮੈਂ ਆਪਣੀ ਜਠਾਣੀ ਤੋਂ ਮਾਫੀ ਮੰਗੀ ਤੇ ਵਾਅਦਾ ਕੀਤਾ ਕਿ ਅੱਗੇ ਤੋਂ ਇਹੋ ਜਿਹੀ ਕੋਈ ਗੱਲ ਨਹੀਂ ਕਰੂੰਗੀ, ਕਿਉਂਕਿ ਮੇਰੇ ਕਰਕੇ ਉਹਦੀ ਜ਼ਿੰਦਗੀ ਤੇ ਬੁਰਾ ਅਸਰ ਪੈ ਰਿਹਾ ਸੀ। ਉਸ ਤੋਂ ਬਾਅਦ ਇਹ ਗੱਲ ਮੈਂ ਆਪਣੇ ਪਤੀ ਨੂੰ ਦੱਸ ਦਿੱਤੀ। ਉਹ ਵੀ ਬਹੁਤ ਸ਼ਰਮਿੰਦਾ ਹੋਇਆ। ਉਹਨੇ ਕਿਹਾ ਕਿ ਪਹਿਲਾਂ ਹੀ ਤੂੰ ਸਾਰਾ ਕੁਝ ਛੱਡ ਕੇ ਇੱਥੇ ਆਈ ਸੀ। ਮੈਂ ਨਹੀਂ ਸੀ ਚਾਹੁੰਦਾ ਕਿ ਤੂੰ ਸੋਚੇ ਕਿ ਮੈਂ ਕਿਹੜੇ ਲੋਕਾਂ ਵਿੱਚ ਆ ਗਈ। ਮੇਰੇ ਪਿਤਾ ਨੇ ਇਸ ਕੁੜੀ ਨਾਲ ਪਿਆਰ ਨਾਲ ਵਿਆਹ ਕੀਤਾ, ਇਸ ਕਰਕੇ ਸਾਡੇ ਪਿਆਰ ਤੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਤੂੰ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇ, ਮੈਂ ਤੇ ਮੇਰੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ। ਮੈਂ ਅਜਿਹਾ ਹੀ ਕੀਤਾ। ਸਹੁਰੇ ਘਰ ਕੁੜੀ ਪੈਦਾ ਹੋਈ ਤਾਂ ਉਹਨਾਂ ਦੇ ਅੰਦਰ ਸ਼ਰਮ ਆਈ, ਕਿਉਂਕਿ ਪਹਿਲਾਂ ਉਹਨਾਂ ਦੇ ਕੋਈ ਕੁੜੀ ਨਹੀਂ ਸੀ। ਹੁਣ ਉਹ ਵਧੀਆ ਤਰੀਕੇ ਨਾਲ ਰਹਿੰਦੇ ਨੇ ਤੇ ਆਪਣੀ ਪਤਨੀ ਦਾ ਵੀ ਖਿਆਲ ਰੱਖਦੇ। ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਉਹ ਲੋਕ ਆਪਣੀ ਜ਼ਿੰਦਗੀ 'ਚੋਂ ਵਿਅਸਤ ਵੀ ਰੱਖਦੇ ਰਹਿੰਦੇ ਨੇ, ਨੇ, ਅਸੀਂ ਇਸ ਤਰ੍ਹਾਂ ਹੀ ਜ਼ਿੰਦਗੀ ਆਪਣੀ ਜ਼ਿੰਦਗੀ ਵਿੱਚ ਇੱਥੋਂ ਤੱਕ ਕਿ ਅਸੀਂ ਚੁੱਲ੍ਹਾ ਚੌਂਕਾ ਵੀ ਅੱਡ ਕਰ ਲਿਆ ਸੀ ਤੇ ਸਾਡਾ ਉਹਨਾਂ ਨਾਲ